इस वेले साडे नाल जगमीत बराड़ ने और इन्हां नाल गलबात करन दी कोशिश करांगे। सब तो पहला सवाल भी है कि बीएसपी दे नाल हुण अकाली दल दा गठजोड़ हो गया, अलायंस होण तो बाद कितना क मजबूत अकाली दल अपने आप नूं देख रही है? बड़ा हिस्टोरिक फैसला है बिकॉज गुरु साहबान दा आशा हमेशा श्रोमणी अकाली दल ने सरबत दा भला और बहुजन समाज पार्टी दे वड्डे आगू साहेब बाबू काशी राम जी ने जो सिद्धांत ते विचारधारा पार्टी नूं दित्ती है, मेरा ख्याल है कि ये हिंदुस्तान दी पॉलिटिक्स दे विच एक गेम चेंजर सिद्ध होएगा। क्योंकि ये इल्ज़ाम ओपोजिशन MP रवनीत बिट्टू वालों भी लगाए जा रहे हैं। वो कह रहे हैं कि ਜਿਹੜੀਆਂ सीटां BSP ਨੂੰ ਦਿੱਤੀਆਂ ਉਸ ਤੇ ਅਕਾਲੀ ਦਲ ਆਲਰੇਡੀ ਹਾਰ ਰਿਹਾ ਸੀ ਤੇ ਨਾਲ ਹੀ ਉਹਨਾਂ ਦੇ ਇਹ ਵੀ ਕਹਿਣਾ ਰਿਹਾ ਕਿ ਜਿਹੜੀਆਂ ਅਕਾਲੀ ਦਲ ਆਪਣੇ ਆਪ ਨੂੰ ਬੜਾ ਪੰਥਕ ਪਾਰਟੀ ਕਹਾਉਂਦੀ ਸੀਗੀਆਂ, ਪੰਥਕ ਪਵਿੱਤਰ ਸੀਟਾਂ ਨੇ ਵਰਡ ਯੂਜ਼ ਕੀਤਾ ਹੈ, ਚਾਹੇ ਅਨੰਦਪੁਰ ਸਾਹਿਬ ਦੀਆਂ ਨੇ, ਅਨੰਦਪੁਰ ਸਾਹਿਬ ਵਾਲੀ ਹੈ, ਚਾਹੇ ਚਮਕੌਰ ਸਾਹਿਬ ਵਾਲੀ, ਉਹ ਉਹਨਾਂ ਨੇ BSP ਨੂੰ ਦਿੱਤੀ। ਇਸ ਨੂੰ ਕਿਵੇਂ ਵੇਖਦੇ ਹੋ? ਮੇਰੇ ਖਿਆਲ ਇਹ ਟਿੱਪਣੀ ਉਹਨਾਂ ਨੇ ਪਤਾ ਨਹੀਂ ਕਿਸ ਲਹਿਜੇ ਦੇ ਵਿੱਚ ਕੀਤੀ ਹੈ, ਪਰ ਜਦੋਂ ਸਮਝੌਤਾ ਹੋ ਜਾਂਦਾ ਹੈ ਪਾਰਟੀਆਂ ਦਾ ਤੇ ਆਪਸੀ ਤਾਲਮੇਲ ਨਾਲ ਹਿਸਟੋਰਿਕ ਥਾਵਾਂ ਦੇ ਉੱਤੇ ਜਿੱਥੇ बैकवर्ड ऐसी पॉपुलेशन बहुत है, उत्थे कुछ भी पॉसिबिलिटी हो सकती है कि बहुजन समाज पार्टी भी लड़ सकती है। और इत्थों तक कि जनरल सीटां ते भी कई बार तो हिंदुस्तान मिस्टर शिंदे जिहड़े सी कांग्रेस के लीडर, वो बहुत बारी जिहड़े जनरल सीट ते लड़े, ऑल्दो ही वाज आप वो पछड़ियां श्रेणियां चों सन। इस करके ये टिप्पणी उन्हां दी बहुत हाईली क्रिटिसाइज हुई है कि सिख सिद्धांत बारे ਉਹਨਾਂ ਨੂੰ ਕੋਈ ਸੂਝ ਨਹੀਂ ਹੈ। ਐਂਡ ਮੋਰ ਓਵਰ ਜਦੋਂ ਤੁਸੀਂ ਕਮੈਂਟ ਸਿੱਖ ਫਲਸਫੇ ਤੇ ਕਰਦੇ ਹੋ ਤਾਂ ਤੁਹਾਡੀ ਆਪਦੀ ਜਿਹੜੀ ਮੁਹਾਰਤ ਹੈ ਔਨ ਦ ਰਿਲੀਜਨ ਐਂਡ ਸਿੱਖ ਇਸ਼ੂਜ਼ ਉਹ ਹੋਣੀ ਚਾਹੀਦੀ ਹੈ। ਮੈਂ ਸਤਿਕਾਰ ਨਾਲ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਆਊਟਗੋਇੰਗ ਬਾਲਸ ਨੇ, ਇਹਨਾਂ ਨੂੰ ਖਾਮਖਾ ਟੱਚ ਕਰਨਾ ਇਹ ਬੜੇ ਸੈਂਟੀਮੈਂਟਲ ਇਸ਼ੂਜ਼ ਹੁੰਦੇ ਨੇ। ਇਸੇ ਕਰਕੇ ਅੱਜ ਉਹ ਅੰਡਰ ਵੈਰੀ ਸਵੀਅਰ ਕ੍ਰਿਟਿਸਿਜ਼ਮ ਉਹਨਾਂ ਦਾ ਹੋਇਆ ਹੈ। 2022 ਦੀਆਂ ਜਿਵੇਂ ਕਿ ਸਭ ਜਾਣਦੇ ਨੇ ਚੋਣਾਂ ਆ ਰਹੀਆਂ, ਤੁਹਾਡਾ ਇੰਨਾ ਪੁਰਾਣਾ ਤਜਰਬਾ, ਇੰਨਾ ਐਕਸਪੀਰੀਅੰਸ ਜੋ ਤੁਸੀਂ ਪੋਲਿਟਿਕਸ ਦੇ ਵਿੱਚ ਕਿੰਨੇ ਪੁਰਾਣੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ BSP ਦੇ ਨਾਲ ਗੱਠਜੋੜ ਤੋਂ ਬਾਅਦ ਕੀ ਅਕਾਲੀ ਦਲ ਆਪਣੇ ਸਿਰ ਤਾਜ ਸਜਾ ਪਾਏਗੀ? ਕਿਉਂਕਿ ਇਹੀ ਰਵਨੀਤ ਬਿੱਟੂ ਨੇ ਇਹ ਸਵਾਲ ਚੁੱਕਿਆ ਕਿ ਅਕਾਲੀ ਦਲ ਜਿਹੜੀ ਉਹਨੂੰ ਵਿਸਾਖੀਆਂ ਦੀ ਹੁਣ ਲੋੜ ਪੈ ਗਈ, ਇਸ ਲਈ ਕਦੀ ਉਹ CPA ਦੇ ਨਾਲ ਗੱਠਜੋੜ ਦੀ ਗੱਲ ਕਰ ਰਹੀ ਹੈ ਤੇ ਕਦੀ ਉਹਨਾਂ ਨੇ ਆਲਰੇਡੀ BSP ਦੇ ਨਾਲ ਗੱਠਜੋੜ ਕਰ ਲਿਆ। ਉਹ ਇਹ ਗੱਲ ਸਮਝਣ 'ਚ ਸਮਰਥ ਨੇ ਕਿ ਮਾਲਵੇ ਦੀਆਂ 65-70 सीटां ते हर थां ते अकाली दल नूं बहुजन समाज पार्टी दे वर्करां दा और पार्टी दे नाल फैसले दा लाभ होया। कि अकाली दल कल्ली स्ट्रोंग नहीं सीगी? नहीं, अकाली दल स्ट्रोंग सी, लेकिन what was the requirement for alliance? Where there is 37% SC vote, 40%, 34% even in the मालवा, उत्थे अकाली दल नूं एज मिलेगा कांग्रेस नालों इस समझौते नाल। लगता ਤੁਸੀਂ ਪੋਲਿਟਿਕਸ ਦੀ ਹਰ ਜਿਹੜੀ ਹੈ ਨਬਜ਼ ਤੋਂ ਵਾਕਿਫ ਹੋ। ਇਹ ਪਹਿਲਾਂ ਵੀ ਅਲਾਈਅੰਸ 25 ਸਾਲ ਪਹਿਲਾਂ ਵੀ ਹੋਇਆ ਸੀ, ਫਿਰ ਉਸ ਤੋਂ ਬਾਅਦ ਹੱਥ ਜੁੜਿਆ, ਹਾਥੀ ਤੇ ਸਵਾਰੀ ਕਰਨ ਤੋਂ ਬਾਅਦ ਆਪਣੇ ਸਿਰ ਤਾਜ ਸਜਾ ਕੇ ਸਜਵਾ ਕੇ ਸਰਕਾਰ ਬਣਾ ਕੇ ਫਿਰ ਤਕੜੀ ਦੇ ਵਿੱਚ ਕਮਲ ਦਾ ਫੁੱਲ ਆ ਡਿੱਗਾ ਸੀਗਾ, ਯਾਨੀ ਕਿ BJP ਨਾਲ ਅਲਾਈਅੰਸ ਹੋਇਆ ਸੀ। ਅੱਜ ਫਿਰ ਇਹ ਪੁਰਾਣੀ ਯਾਰੀ ਨਿਭਾਉਣ ਚਲੀ ਗਈ। ਬੜਾ ਰੈਲੇਵੈਂਟ ਕੁਐਸਚਨ ਹੈ। ਉਹ ਸਮਝੌਤਾ ਪੰਜਾਬ ਦੇ ਵਡੇਰੇ ਹਿੱਤਾਂ ਵਿੱਚ ਜਦੋਂ ਕਿ ਯੂਨਿਟੀ ਦੀ ਲੋੜ ਸੀ ਔਰ ਸਾਰੀਆਂ ਕਲਾਸਿਸ ਦੀ ਪੰਜਾਬ ਦੇ ਉੱਤੇ ਆਤੰਕਵਾਦ ਦਾ ਵੱਡਾ ਹਮਲਾ ਸੀ, ਉਸ ਵੇਲੇ ਉਸ ਸਮਝੌਤੇ ਦੀ ਜ਼ਰੂਰਤ ਸੀ ਜਿਹੜਾ ਕਿ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਵਰਗੇ ਦਿੱਗਜ ਨੇਤਾ ਨੇ ਕੀਤਾ। ਪਰ ਜਦੋਂ RSS ਦਾ ਫੈਡਰਲ ਸਿਸਟਮ ਤੇ ਔਰ ਖਾਸ ਕਰਕੇ ਕਨਸਟੀਟਿਊਸ਼ਨ ਤੇ ਜਦੋਂ ਵੱਡਾ ਹਮਲਾ ਹੋਇਆ ਤਾਂ ਉਹਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਆਫ ਪਾਰਲੀਮੈਂਟ ਮਿਨਿਸਟਰ ਹਰਸਿਮਰਤ ਜੀ ਨੇ ਅਸਤੀਫਾ ਦਿੱਤਾ ਔਰ ਇਹ ਅਲਾਇੰਸ ਜਿਹੜਾ ਉਹ ਟੁੱਟਿਆ ਹੈਗਾ। ਇਸ ਕਰਕੇ ਉਸ ਵੇਲੇ ਅਗਰ ਆਪਾਂ ਬੈਕਗਰਾਊਂਡ ਵੱਲ ਜਾਈਏ, ਮੈਂ ਉਸ ਸਥਿਤੀ 'ਚ ਟੈਰਰਿਜ਼ਮ ਦੇ ਵਿਰੁੱਧ ਲੜੇ ਹਾਂ ਅਸੀਂ, ਉਦੋਂ ਸਾਰੇ ਇੱਕ ਸੀਗੇ ਉਸ ਮੁੱਦੇ 'ਤੇ। ਇਸ ਕਰਕੇ ਉਹ ਸਮਝੌਤੇ ਦਾ ਤੇ ਸਮਝੌਤੇ ਦਾ ਬਹੁਤ ਵੱਡਾ ਅੰਤਰ ਹੈ। ਇੰਨੇ ਸਾਲਾਂ ਦੇ ਵਿੱਚ ਜਦ ਅੱਛੀ ਦੋਸਤੀ ਚੱਲ ਰਹੀ ਸੀ, ਅੱਛਾ ਦੋਸਤਾਨਾ ਚੱਲ ਰਿਹਾ ਸੀ BJP ਦੇ ਨਾਲ, ਅਕਾਲੀ ਦਲ ਨੂੰ BSP ਦੀ ਤਦ ਲੋੜ ਨਹੀਂ ਸੀ? ਨਹੀਂ, ਦੋਸਤਾਨਾ ਤਾਂ ਦੇਖੋ ਅਟਲ ਦੋਸਤੀ ਤਾਂ ਹੁਣੇ ਟੁੱਟੀ। ਮਾਨਯੋਗ ਅਟਲ ਬਿਹਾਰੀ ਵਾਜਪਾਈ ਇੱਕ ਐਡੇ ਦੂਰ ਅੰਦੇਸ਼ ਲੀਡਰ ਸੀ, ਉਹ ਸੈਂਟੀਮੈਂਟਸ ਆਫ ਦਾ ਸਿੱਖ ਕਮਿਊਨਿਟੀ ਵੀ ਧਿਆਨ ਵਿੱਚ ਰੱਖਦੇ ਸੀ। ਇਹ ਥੋੜ੍ਹਾ ਜਿਹਾ ਮੇਰਾ ਖਿਆਲ ਕਿਸਾਨ ਮੁੱਦੇ 'ਤੇ ਆ ਕੇ BJP ਨੇ ਔਰ BJP ਦੀ ਲੀਡਰਸ਼ਿਪ ਨੇ ਬੜਾ ਕਰੂਡ ਬਿਹੇਵੀਅਰ ਜਿਹੜਾ ਕੀਤਾ ਹੈਗਾ, ਉਹਦੇ ਕਰਕੇ ਉਹਨਾਂ ਨੂੰ ਲਾਸ ਹੋਇਆ ਬਹੁਤ ਵੱਡਾ ਦੇਸ਼ ਦੇ ਵਿੱਚ। ਔਰ ਬੰਗਾਲ ਦੀਆਂ ਚੋਣਾਂ ਇਸ ਗੱਲ ਦਾ ਸੰਕੇਤ ਹੈ ਔਰ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੀ ਇਸ ਗੱਲ ਦਾ ਸੰਕੇਤ ਹੋਣਗੀਆਂ
ਕਿ ਉਹਨਾਂ ਨੂੰ ਵੱਡਾ ਘਾਟਾ ਪਵੇਗਾ ਇਸ ਗੱਲ ਦੇ ਨਾਲ। ਅੱਛਾ, ਇਹ ਵੀ ਉਹਨਾਂ ਨੇ ਕਿ ਯੂਪੀ ਵਾਲਿਆਂ ਨੂੰ ਪੈਸਿਆਂ ਦੀ ਲੋੜ ਸੀ ਤਾਂ ਸੁਖਬੀਰ ਬਾਦਲ ਨੇ ਉਹਨਾਂ ਨੂੰ 100 ਕਰੋੜ ਦੇਤਾ, ਇਹ ਆਪੋਜੀਸ਼ਨ ਕਹਿ ਰਹੇ ਨੇ, ਮੈਂ ਨਹੀਂ ਕਹਿ ਰਹੀ, ਇਸ ਕਰਕੇ ਦੇਖੋ ਮੈਨੂੰ ਬਹੁਜਨ ਸਮਾਜ ਪਾਰਟੀ ਦੇ ਇੱਕ ਵਰਕਰ ਦਾ ਪਿਛਲੇ 30-40 ਇਅਰਸ ਤੋਂ ਪਤਾ ਹੈ, ਬਹੁਤ ਕਮਿਟਡ ਲੀਡਰਸ਼ਿਪ ਹੈ। ਇਹ ਗੱਲ ਠੀਕ ਹੈ ਕਿ ਚੋਣਾਂ ਦੇ ਦੌਰਾਨ ਸਮਝੌਤਿਆਂ ਦੇ ਦੌਰਾਨ ਮਾਇਆਵਤੀ ਜੀ ਔਰ ਦੇਸ਼ ਦੇ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸਮਝੌਤੇ ਕਰਦੇ ਰਹੇ ਨੇ, ਲੇਕਿਨ ਇਹ ਸਾਰੀਆਂ ਪਾਰਟੀਆਂ ਤੇ ਜਿਹੜੇ ਇਹ ਵਾਈਲਡ ਐਲੀਗੇਸ਼ਨਸ ਨੇ ਇਹਨਾਂ ਦਾ ਕੋਈ ਮਾਨਾ ਨਹੀਂ ਹੈ। ਇਹ ਸਮਝੌਤਾ ਵਿਚਾਰਧਾਰਕ ਹੈ, ਸਿਧਾਂਤਕ ਹੈ, ਐਂਡ ਇਟ ਸ਼ੁੱਡ ਵਰਕ ਵੈਲ ਫॉर द ਕਮਿਊਨਲ ਹਾਰਮਨੀ as well as 34% ਐਸੀ ਪੋਪੂਲੇਸ਼ਨ which is highest in the country in ਪੰਜਾਬ। ਤਾਂ ਉਹਦਾ ਮੈਨੂੰ ਲੱਗਦਾ ਕਿ ਪੰਜਾਬ ਨੂੰ ਓਵਰਆਲ ਇਹਦਾ ਲਾਭ ਹੋਏਗਾ। ਮਾਈ ਲਾਸਟ ਕੁਐਸਚਨ, ਜਿਸ ਨੂੰ ਲੈ ਕੇ ਅੱਜ ਧਰਨਾ ਲਗਾਇਆ ਗਿਆ ਹੈ, ਅਗਲੀ ਰਣਨੀਤੀ ਪਾਰਟੀ ਦੀ ਕੀ ਰਹੇਗੀ ਜੇਕਰ ਸਰਕਾਰ ਸੁਣਵਾਈ ਨਹੀਂ ਕਰਦੀ? ਕੋਈ ਇਸ ਧਰਨੇ ਦੇ ਤਾਂ ਕਈ ਬਹੁਤ ਇੰਪੋਰਟੈਂਟ ਮੁੱਦੇ ਨੇ ਕਿ ਵੈਕਸੀਨੇਸ਼ਨ, ਮਹਾਮਾਰੀ ਦੇ ਮੁੱਦੇ ਤੇ ਸਾਰੀ ਵੈਕਸੀਨੇਸ਼ਨ ਚੀਫ ਸੈਕਟਰੀ ਔਰ ਨਾਲ ਦੀ ਨਾਲ ਚੀਫ ਮਿਨਿਸਟਰ ਔਰ ਹੈਲਥ ਮਿਨਿਸਟਰ ਉਹਨਾਂ ਦੀ ਜਾਣਕਾਰੀ ਹਿਤ ਕਰੋੜਾਂ ਅਰਬਾਂ ਦੀ ਵੈਕਸੀਨੇਸ਼ਨ ਜਿਹੜੀ ਹੈ ਉਹ ਵੇਚ ਦਿੱਤੀ ਗਈ ਟੂ ਪ੍ਰਾਈਵੇਟ ਇੰਸਟੀਟਿਊਸ਼ਨ। ਇਟਸ ਅ ਕ੍ਰਿਮੀਨਲ ਅਫੈਂਸ ਐਂਡ ਮੈਂ ਤਾਂ ਸਮਝਦਾ ਕਿ ਇਹਦਾ ਇੱਕ ਫੌਜਦਾਰੀ ਮੁਕੱਦਮਾ ਉਹਨਾਂ ਲੋਕਾਂ ਤੇ ਦਰਜ ਹੋਣਾ ਚਾਹੀਦਾ ਜਿਹੜੇ ਰਿਸਪੌਂਸਿਬਲ ਨੇ ਫॉर ਦਿਸ। ਦੂਸਰਾ ਮੁੱਦਾ ਇਹ ਹੈ ਕਿ ਇਸ ਸਮਝੌਤੇ ਦੇ ਤਹਿਤ ਜੋ ਇਸ ਵੇਲੇ ਸਕਾਲਰਸ਼ਿਪ ਦੇ ਇਸ਼ੂਜ਼ ਨੇ, ਵੀਕਰ ਸੈਕਸ਼ਨ ਦੇ ਇਸ਼ੂ ਨੇ, ਬੱਚੇ ਟੈਂਕੀਆਂ ਤੇ ਚੜੇ ਹੋਏ ਨੇ, ਜਿਸ ਪ੍ਰਕਾਰ ਦਾ ਬੇਰੁਜ਼ਗਾਰ ਅਧਿਆਪਕਾਂ ਦੀ ਐਜੀਟੇਸ਼ਨ ਚੱਲ ਰਹੀ ਹੈ, ਇਹ ਸਾਰੇ ਦੇ ਸਾਰੇ ਮੁੱਦੇ ਜਿਹੜੇ ਨੇ ਉਹ ਪੰਜਾਬ ਦੇ ਲੋਕ ਜਿਹੜੇ ਨੇ ਉੱਠ ਖੜੇ ਹੋਏ ਨੇ ਔਰ ਇੱਕ ਬਹੁਤ ਵੱਡੇ ਇਨਕਲਾਬ ਦਾ ਸੂਚਕ ਹੈ। ਪਰ ਗੱਲ ਇਹ ਹੈ ਕਿ ਇਟਸ ਅ ਟਾਈਗਰ ਰਾਈਡ ਜੋ ਅਸੀਂ ਗੱਲ ਹੁਣ ਕਵਾਂਗੇ ਐਤਕੀ ਮੈਨੀਫੈਸਟੋ ਵਿੱਚ ਬਹੁਤ ਮਿਹਨਤ ਦੇ ਨਾਲ ਜਿਹੜੀਆਂ ਗੱਲਾਂ ਇੰਪਲੀਮੈਂਟ ਹੋ ਸਕਣ, ਜਿਹੜੀਆਂ ਗੱਲਾਂ ਘਰ ਘਰ ਨੌਕਰੀ ਕੈਪਟਨ ਸਾਹਿਬ ਨੇ ਕਿਹਾ, ਘਰ ਘਰ ਰੋਜ਼ਗਾਰ ਕਿਹਾ, ਕੁਛ ਨਹੀਂ ਅਮਲ ਹੋਇਆ, ਨਸ਼ਿਆਂ ਦੇ ਮੁੱਦੇ ਤੇ ਅਮਲ ਨਹੀਂ ਹੋਇਆ, ਡੀਸੈਂਟਰਲਾਈਜੇਸ਼ਨ ਆਫ ਰਿਸੋਰਸਿਸ ਦੇ ਉੱਤੇ ਕੁਛ ਨਹੀਂ ਹੋਇਆ, ਉਹਨਾਂ ਤੇ ਅਸੀਂ ਇਹ ਉਪਰਾਲਾ ਕਰਾਂਗੇ। ਫੋਰ ਐਗਜ਼ਾਮਪਲ ਜਿਹੜਾ ਦਲਿਤ ਬੱਚਾ ਮੋਸਟ ਬ੍ਰਿਲੀਅੰਟ ਟੈਂਕੀ ਤੇ ਚੜਾ ਹੋਇਆ ਹੈ, ਉਹਨੇ ਕਿਹਾ ਮੈਨੂੰ ਮੋਤੀ ਮਹਿਲ ਨਜ਼ਰ ਆ ਰਿਹਾ ਹੈ ਔਰ ਉਹ 80 ਦਿਨ ਤੋਂ ਹੀ ਇਜ਼ ਔਨ ਦੈਟ ਟਾਵਰ ਤੇ ਕੋਈ ਐਮਪੀ, ਕੋਈ ਚੀਫ ਮਿਨਿਸਟਰ, ਕੋਈ ਮੰਤਰੀ ਉੱਥੇ ਨਹੀਂ ਗਿਆ। ਸੋ ਸੈਡ ਸਟੇਟ ਆਫ ਅਫੇਅਰਸ। ਸੋ ਇਹ ਸੀ ਸਾਡੇ ਨਾਲ ਜਗਮੀਤ ਬਰਾੜ, ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਪੰਜਾਬ ਦੇ ਜਿਹੜੇ ਮੇਨ ਮੁੱਦੇ ਨੇ ਉਹ ਜਿਵੇਂ ਕਿ ਸਮੇਂ-ਸਮੇਂ ਤੇ ਅਕਾਲੀ ਦਲ ਸਰਕਾਰ ਚੱਕਦੀ ਰਹੀ, ਅੱਗੇ ਵੀ ਇਹ ਜਿਹੜੇ ਨੇ ਮੁੱਦੇ ਚੱਕਦੇ ਰਹਿਣਗੇ। ਮੁੱਦੇ ਚਾਹੇ ਉਹ ਬੇਰੁਜ਼ਗਾਰੀ ਦੇ ਹੋਣ, ਸਕਾਲਰਸ਼ਿਪ ਘੁਟਾਲੇ ਦੇ ਹੋਣ, ਵੈਕਸੀਨ ਨੂੰ ਲੈ ਕੇ ਵੀ ਜਿਹੜੇ ਬਾਰੀ-ਬਾਰੀ ਆਵਾਜ਼ ਆਪਣੀ ਬੁਲੰਦ ਕਰ ਰਹੇ ਨੇ, ਜਿਸ ਕਰਕੇ ਅੱਜ ਘਿਰਾਓ ਕੀਤਾ ਗਿਆ ਸੀ ਕਿ ਜਿਹੜੀ ਵੈਕਸੀਨ ਦੇ ਵਿੱਚ ਘੁਟਾਲਾ ਹੋਇਆ, ਸਕੈਮ ਹੋਇਆ, ਸ਼ਾਰਟੇजेस ਆਫ ਵੈਕਸੀਨ ਰਹੀਆਂ, ਉਸ ਤੋਂ ਬਾਅਦ ਜਿਹੜੀ ਵੈਕਸੀਨ ਦਾ ਜਿਹੜਾ ਐਕਚੁਅਲ ਰੇਟ ਸੀ ਉਹਨੂੰ ਟ੍ਰਿਪਲ ਕਰਕੇ ਜਿਹੜਾ ਕਿ ਵੇਚਿਆ ਗਿਆ। ਹਾਲਾਂਕਿ ਇਹਨਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਨੂੰ ਸੇਵਾ ਕਰਨੀ ਚਾਹੀਦੀ ਸੀ ਇਸ ਮਹਾਮਾਰੀ ਦੇ ਟਾਈਮ, ਪਰ ਸੇਵਾ ਕਰਨ ਦੀ ਬਜਾਏ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ। ਕੈਮਰਾਮੈਨ ਸੂਰਜ ਦੇ ਨਾਲ ਮਨਪ੍ਰੀਤ ਕੌਰ, ਜਗਬਾਣੀ, ਚੰਡੀਗੜ੍ਹ।